ਪਿਆਰੇ ਵਿਦਿਆਰਥੀਓ, ਆਹ ਇੱਕ ਆਪਾਂ ਟੈਸਟ ਲਿਆ ਸੀ 10th ਦੀ ਟ੍ਰਿਗਨੋਮੈਟਰੀ ਦਾ ਤ੍ਰਿਕੋਣਮਿਤੀ ਦਾ। ਅਤੇ ਇਹਦੇ ਵਿੱਚ ਮੈਂ ਬਹੁਤ ਸਿੰਪਲ ਕੁਐਸਚਨ ਪਾਏ ਸੀ, ਜ਼ਿਆਦਾ ਟਫ ਨਹੀਂ ਰੱਖਿਆ ਸੀਗਾ ਇਸ ਦਾ ਲੈਵਲ। ਮੈਂ 8.4 ਦੇ ਵਿੱਚੋਂ ਸਿਰਫ ਇੱਕੋ ਹੀ ਕੁਐਸਚਨ ਪਾਇਆ ਸੀਗਾ, ਕਿਉਂਕਿ ਇਸ ਦੀ ਸਭ ਤੋਂ ਔਖੀ ਐਕਸਰਸਾਈਜ਼ ਜੇ ਮੰਨੀ ਜਾਂਦੀ ਹੈ ਤਾਂ 8.4 ਹੈ। ਇੱਕ ਸਪੈਸ਼ਲ ਵੀਡੀਓ ਮੈਂ ਸਪੈਸ਼ਲ 8.4 ਦੇ ਕੁਝ ਹੋਰ ਕੁਐਸਚਨ ਲੈ ਕੇ ਮੈਂ ਪਾਊਂਗਾ, ਤਾਂ ਜੋ 8.4 ਦੇ ਸੰਬੰਧਿਤ ਤੁਹਾਨੂੰ ਸਮੱਸਿਆਵਾਂ ਆ ਰਹੀਆਂ ਨੇ ਉਹ ਤੁਹਾਡੀਆਂ ਸੋਲਵ ਹੋ ਜਾਣਗੀਆਂ। ਤਾਂ 8.4 ਨੂੰ ਲੈ ਕੇ ਤੁਸੀਂ ਘਬਰਾਉਣਾ ਨਹੀਂ। ਦੂਸਰੀ ਗੱਲ, 8.4 ਸੋਲਵ ਕਰਨ ਦਾ ਢੰਗ ਕੀ ਹੋਊਗਾ ਉਹਦੇ ਬਾਰੇ ਵੀ ਆਪਾਂ ਉਸ ਵੀਡੀਓ ਦੇ ਵਿੱਚ ਗੱਲ ਕਰਾਂਗੇ। ਵਿਦਿਆਰਥੀਆਂ ਤੋਂ ਇਹ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਇਹ ਐਕਸਰਸਾਈਜ਼ ਔਖੀ ਲੱਗ ਰਹੀ ਹੈ। ਚਲੋ ਆਪਾਂ ਅੱਜ ਕੱਲ੍ਹ ਦੇ ਟੈਸਟ ਦੀ ਡਿਸਕਸ਼ਨ ਕਰਦੇ ਹਾਂ ਕਿ ਕੱਲ੍ਹ ਦੇ ਟੈਸਟ ਦੇ ਵਿੱਚ ਕੀ ਸੀ। ਪਹਿਲਾ ਕੁਐਸਚਨ ਸੀ ਆਪਣਾ 15 cot A is 8। ਤਾਂ ਫਾਈਂਡ ਸਾਈਨ A ਅਤੇ ਸੀਕੈਂਟ A। ਬਹੁਤ ਈਜ਼ੀ ਕੁਐਸਚਨ ਹੈ। cot A ਕੀ ਹੋ ਜੂਗਾ? 8/15। ਹੁਣ ਇਟ ਮੀਨਸ cot ਕਿਹਦੀ ਰੇਸ਼ੋ ਹੁੰਦੀ ਹੈ? cot ਬੇਸ ਅਤੇ ਪਰਪੈਂਡੀਕੂਲਰ। ਮੰਨ ਲਓ ਆਹ ਬੇਸ, ਆਹ ਐਂਗਲ ਹੈ ਤੇ cot A ਬੇਸਿਕਲੀ ਹੁਣ ਆਪਾਂ ਇਸ ਟਰਾਇੰਗਲ ਦੇ ਐਂਗਲ ਤੋਂ ਦੇਖੀਏ ਤਾਂ ਬੇਸ ਜਾਣੀ ਕਿ ਐਡਜਸਟੈਂਟ ਸਾਈਡ ਜਾਣੀ ਕਿ ਥੱਲੇ ਵਾਲੀ ਭੁਜਾ ਜਾਣੀ ਕਿ ਆਧਾਰ ਅਤੇ ਲੰਬ ਦਾ ਰੇਸ਼ੋ ਹੁੰਦੀ ਹੈ। ਯਾਨੀ ਇਹ ਹੋਊਗਾ ਕਿ ਇਹ AB ਬਟਾ BC ਹੋਊ, ਇਹ ਤੁਹਾਨੂੰ ਦੱਸਿਆ ਹੋਇਆ। ਤਾਂ ਆਪਾਂ ਹੁਣ AB ਨੂੰ ਮੰਨ ਲੈਂਦੇ ਹਾਂ, ਫਿਰ ਆਪਾਂ 8K। ਇਹ ਕੀ ਹੋ ਗਿਆ? 15K। ਤੁਹਾਨੂੰ ਅਸੀਂ ਜੇ ਰੇਸ਼ੋ ਮੰਨਣੀ ਹੈ ਤਾਂ ਆਪਾਂ ਨਾਲ ਇੱਕ ਮਲਟੀਪਲਾਈ ਜਾਣੀ ਕਿ ਗੁਣਜ ਆਪਾਂ ਨੂੰ ਲੈਣਾ ਪਊਗੀ। ਇਹ 8 ਦੀ ਗੁਣਜ ਹੈ, ਇਹ 15 ਦੀ ਗੁਣਜ ਹੈ, ਇਹ 16 ਹੋ ਸਕਦੀ ਹੈ, 30 ਹੋ ਸਕਦੀ ਹੈ। ਇਹ ਗੁਣਜ 'ਚ ਆਪਾਂ ਇਹਦੀ ਰੇਸ਼ੋ ਮੰਨਦੇ ਹੁੰਦੇ ਹਾਂ। ਤਾਂ AB 8K, BC 15K। AC ਕੀ ਹੋਊਗਾ? ਹੁਣ AC ਕੀ ਹੋਊਗਾ? AC ਦਾ ਸਕੇਅਰ ਵਿਲ ਬੀ ਇਕੁਅਲ ਟੂ AB ਸਕੇਅਰ ਪਲੱਸ BC ਸਕੇਅਰ। ਕਰਨ ਦਾ ਵਰਗ ਬਰਾਬਰ ਹੈ ਲੰਬ ਦਾ ਵਰਗ ਅਤੇ ਆਧਾਰ ਦਾ ਵਰਗ। ਹਾਈਪਾਟਨਸ ਸਕੇਅਰ ਇਜ਼ ਇਕੁਅਲ ਟੂ ਬੇਸ ਸਕੇਅਰ ਐਂਡ ਪਰਪੈਂਡੀਕੂਲਰ ਸਕੇਅਰ, ਯਾਨੀ ਐਡਜਸਟੈਂਟ ਸਾਈਡ ਦਾ ਸਕੇਅਰ ਅਤੇ ਆਪੋਜ਼ਿਟ ਸਾਈਡ ਦਾ ਸਕੇਅਰ। 15K ਸੋਰੀ ਇਹ 8K ਸੀ AB ਸਕੇਅਰ ਐਂਡ 15K ਸਕੇਅਰ। 8 ਦਾ ਸਕੇਅਰ 64K ਸਕੇਅਰ। 15 ਦਾ ਸਕੇਅਰ 225K ਸਕੇਅਰ। ਹੁਣ 64 ਅਤੇ 225 ਨੂੰ ਜਦੋਂ ਐਡ ਅਪ ਕਰੋਗੇ ਇਹ ਬਣ ਜਾਣਗੇ 289K ਸਕੇਅਰ ਇਜ਼ ਇਕੁਅਲ ਟੂ AC ਸਕੇਅਰ। ਸਕੇਅਰ ਜਿਹੜਾ ਦੂਜੇ ਪਾਸੇ ਜਾ ਕੇ ਕੀ ਹੋ ਜਾਣਾ ਹੈ? ਸਕੇਅਰ ਰੂਟ ਹੋ ਜਾਣਾ ਹੈ। ਤਾਂ AC ਕੀ ਆ ਜਾਊਗਾ? 289K ਸਕੇਅਰ ਦਾ ਸਕੇਅਰ ਰੂਟ। 289 ਦਾ ਸਕੇਅਰ ਰੂਟ 17 ਹੁੰਦਾ, ਕਿਉਂਕਿ 17 ਗੁਣਾ 17 299 ਹੁੰਦਾ, ਸਭ ਨੂੰ ਪਤਾ ਹੈ। ਅਤੇ K ਸਕੇਅਰ ਦਾ ਸਕੇਅਰ ਰੂਟ ਕੀ ਹੋਊਗਾ? K। ਤਾਂ ਇਟ ਮੀਨਸ ਆਪਣੀ ਇਹ ਸਾਈਡ ਦੀ ਆ ਗਈ 17K। ਹੁਣ ਆਪਾਂ ਪਤਾ ਕੀ ਕਰਨਾ ਹੈ? ਸਾਈਨ ਆਫ A। ਸਾਈਨ ਆਫ A ਕੀ ਹੋਊਗਾ? ਪਰਪੈਂਡੀਕੂਲਰ ਅਪੋਨ ਹਾਈਪਾਟਨਿਊਜ਼ 15K ਅਪੋਨ 17K। K ਨਾਲ K ਖਤਮ, ਇਟ ਮੀਨਸ 15/17। ਇਹ ਆਨਸਰ ਆ ਗਿਆ। ਸੀਕੈਂਟ A ਕੀ ਹੋਣਾ ਬੇਟਾ? ਸੀਕੈਂਟ A ਹੋਣਾ ਬੇਸਿਕਲੀ 1/cos A ਹੁੰਦਾ ਜੇ ਦੂਜੇ ਤਰੀਕੇ ਦੇਖੀਏ, ਪਰ cos ਕੀ ਹੁੰਦਾ? ਬੇਸ ਅਪੋਨ ਹਾਈਪਾਟਨਿਊਜ਼। ਤਾਂ ਸੀਕੈਂਟ ਕੀ ਹੋਊਗਾ? ਹਾਈਪਾਟਨਿਊਜ਼ ਅਪੋਨ ਬੇਸ। ਕਰਨ ਬਟਾ ਆਧਾਰ। ਕਰਨ ਬਟਾ ਆਧਾਰ 17K 8K। ਤਾਂ 17/8 ਆ ਜੂ। ਸੈਕੰਡ ਕੁਐਸਚਨ ਬੇਟਾ ਇਹ ਹੈ ਕਿ ਇਨ ਟਰਾਇੰਗਲ ABC ਰਾਈਟ ਐਂਗਲ ਐਟ B। ਇੱਕ ABC ਟਰਾਇੰਗਲ ਹੈ, ਜਿਹੜੀ B ਤੇ ਰਾਈਟ ਐਂਗਲਡ ਹੈ।
ਬਾਕੀ ਏ ਤੇ ਸੀ ਜਿਹਨੂੰ ਮਰਜ਼ੀ ਮੰਨ ਲਓ। ਕੋਣ 90 ਦਾ ਬੀ ਤੇ ਬਣਦਾ, ਇੰਨੀ ਕੁ ਗੱਲ ਹੈਗੀ ਹੈ। 90 ਦਾ ਕੋਣ ਕਿਤੇ ਬਣਦਾ, ਬੀ ਤੇ ਬਣਦਾ। ਟੈਨ ਏ ਐਂਗਲ ਏ ਦੀ ਗੱਲ ਕਰਦੇ ਹਾਂ ਪਹਿਲਾਂ। ਆਹ ਐਂਗਲ ਏ ਹੈ ਅਤੇ ਟੈਨ ਏ ਆਪਾਂ ਨੂੰ ਗਿਵਨ ਹੈ 1/√3। ਠੀਕ ਹੈ। ਫਾਈਂਡ ਸਾਈਨ ਏ ਕੌਸ ਸੀ। ਆਪਾਂ ਪਤਾ ਕੀ ਕਰਨਾ ਹੈ, ਫਾਈਂਡ ਸਾਈਨ ਏ ਕੌਸ ਸੀ ਪਲੱਸ ਕੌਸ ਏ ਸਾਈਨ ਸੀ। ਆਹ ਚੀਜ਼ ਆਪਾਂ ਪਤਾ ਕਰਨੀ ਹੈ। ਗੱਲ ਕਲੀਅਰ ਹੈ। ਹੁਣ ਆਪਾਂ ਨੂੰ ਟੈਨ ਏ ਹੈ 1/√3। ਇਹ ਟੈਨ ਏ ਹੋਊਗਾ ਕਿ ਆਹ ਐਂਗਲ ਏ ਹੈ, ਪਰਪੈਂਡੀਕੂਲਰ ਅਪੋਨ ਬੇਸ ਬੀ ਸੀ, ਲੰਬ ਬਟਾ ਆਧਾਰ ਬੀ ਸੀ ਬਟਾ ਏ ਬੀ, ਇਹੀ ਹੋਊਗਾ। ਇਹ ਟਾਈਮ ਬੀ ਸੀ ਹੈਗਾ 1K ਜਾਂ K ਲਿਖ ਲਓ ਇਹਨੂੰ। ਏ ਬੀ ਕੀ ਹੈ √3K, ਬੀ ਸੀ 1K ਏ ਬੀ √3K। ਏ ਸੀ ਕੀ ਹੋਊਗਾ, ਏ ਸੀ ਦਾ ਸਕੇਅਰ ਹੋਊਗਾ ਏ ਬੀ ਸਕੇਅਰ ਪਲੱਸ ਬੀ ਸੀ ਸਕੇਅਰ। ਏ ਬੀ ਹੈਗਾ √3K ਸਕੇਅਰ, ਬੀ ਸੀ ਹੈਗਾ K ਦਾ ਸਕੇਅਰ, √3 ਦਾ ਸਕੇਅਰ 3K ਸਕੇਅਰ ਪਲੱਸ K ਸਕੇਅਰ। ਇਹ 1K ਸਕੇਅਰ ਹੈ ਬੇਸਿਕਲੀ, ਇਹ ਸਮਝ ਲਓ। 3 + 1 4K ਸਕੇਅਰ। ਇਹ ਏ ਸੀ ਸਕੇਅਰ ਆ ਗਿਆ, ਸਕੇਅਰ ਉਧਰ ਜਾ ਕੇ ਸਕੇਅਰ ਰੂਟ ਹੋ ਗਿਆ, ਏ ਸੀ ਆ ਗਿਆ। 4 ਦਾ ਸਕੇਅਰ 2K ਸਕੇਅਰ ਦਾ 2K, ਤਾਂ ਏ ਸੀ ਕੀ ਆ ਗਿਆ ਆਪਣੇ ਕੋਲ 2K। ਹੁਣ ਆਪਾਂ ਨੂੰ ਵੈਲਿਊ ਕਿਹਦੀ ਚਾਹੀਦੀ ਹੈ, ਇੱਕ ਤਾਂ ਸਾਈਨ ਏ ਦੀ ਚਾਹੀਦੀ ਹੈ, ਕੌਸ ਏ ਦੀ ਚਾਹੀਦੀ ਹੈ। ਤਾਂ ਆਪਾਂ ਇਹੀ ਵੈਲਿਊਜ਼ ਕੱਢ ਦਿੰਦੇ ਹਾਂ, ਏ ਦੀਆਂ ਸੀ ਦੀਆਂ ਬਾਅਦ 'ਚ ਦੇਖਦੇ ਹਾਂ। ਸਾਈਨ ਏ ਪਰਪੈਂਡੀਕੂਲਰ ਅਪੋਨ ਹਾਈਪਾਰਟਿਨਸ K/2K, K ਨਾਲ K ਕੱਟਿਆ ਗਿਆ 1/2। ਹੁਣ ਕੌਸ ਏ ਦੀ ਵੈਲਿਊ ਵੀ ਚਾਹੀਦੀ ਹੈ, ਬੇਸ ਅਪੋਨ ਹਾਈਪਾਰਟਿਨਸ √3K ਅਪੋਨ 2K, √3/2 ਆ ਗਿਆ। ਹੋਰ ਆਪਾਂ ਨੂੰ ਕੀ ਚਾਹੀਦਾ, ਕੌਸ ਸੀ ਚਾਹੀਦਾ ਹੈ। ਹੁਣ ਕੌਸ ਸੀ, ਇਹ ਦੇਖੋ ਕੌਸ ਹੁੰਦਾ ਤਾਂ ਬੇਸ ਅਪੋਨ ਹਾਈਪਾਰਟਿਨਸ। ਸੀ ਦੇ ਕੇਸ 'ਚ ਬੇਸ ਕਿਹੜਾ ਹੋਊਗਾ, ਸੀ ਦੇ ਕੇਸ 'ਚ ਆਹ ਆਪੋਜ਼ਿਟ ਸਾਈਡ ਹੈ, ਆਹ ਐਡਜਸਟੈਂਟ ਸਾਈਡ ਹੈ। ਐਡਜਸਟੈਂਟ ਸਾਈਡ ਯਾਨੀ ਕਿ ਬੇਸ, ਤਾਂ ਬੇਸ ਬੀ ਸੀ ਹੋਊਗਾ ਸੀ ਦੇ ਕੇਸ 'ਚ। ਸਾਹਮਣੇ ਵਾਲੀ ਭੁਜਾ ਲੰਬ, ਥੱਲੇ ਵਾਲੀ ਭੁਜਾ ਬੇਸ, ਤਾਂ ਬੀ ਸੀ ਅਪੋਨ ਹਾਈਪਾਰਟਿਨਸ ਉਹੀ ਰਹੂਗਾ। ਬੀ ਸੀ ਕੀ ਹੈ K, ਏ ਸੀ ਕੀ ਹੈ 2K, ਤਾਂ 1/2 cos ਸੀ ਆ ਗਿਆ। ਇੱਕ ਕੀ ਚਾਹੀਦਾ ਆਪਾਂ ਨੂੰ, ਸਾਈਨ ਸੀ ਚਾਹੀਦਾ। ਸਾਈਨ ਸੀ, ਸਾਈਨ ਸੀ ਆ ਜਿਹੜਾ ਪਰਪੈਂਡੀਕੂਲਰ ਹੈ, ਆਹ ਹਾਈਪਾਰਟਿਨਸ ਹੈ √3K, ਯਾਨੀ ਪਰਪੈਂਡੀਕੂਲਰ ਕਿਹੜਾ ਹੈ ਸੀ ਦੇ ਅਕੋਰਡਿੰਗ, ਏ ਬੀ ਹੈ। ਉਲਟ ਇਹਦੇ ਜਿਹੜਾ ਕੋਣ ਦੇ ਬਿਲਕੁਲ ਸਾਹਮਣੇ ਪਿਆ ਹੋਵੇ ਉਹ ਪਰਪੈਂਡੀਕੂਲਰ ਹੁੰਦਾ ਹੈ। ਏ ਬੀ ਪੌਣ ਹਾਈਪਾਰਟਿਨਸ ਹੈ ਏ ਸੀ, ਏ ਬੀ ਹੈ √3K ਅਤੇ ਇਹ ਕੀ ਹੈ 2K, ਤਾਂ √3/2 ਸਾਈਨ ਸੀ ਆ ਗਿਆ। ਹੁਣ ਇਹ ਵੈਲਿਊ ਚਾਰੇ ਵੈਲਿਊਜ਼ ਆ ਗਏ, ਆਪਾਂ ਪੁੱਟ ਕਰਦੇ ਹਾਂ। ਸਾਈਨ ਏ 1/2 ਸੀਗਾ, ਦੇਖੋ ਆਪਾਂ ਆਹ ਚੀਜ਼ ਪਤਾ ਕਰਨੀ ਹੈ, ਸਾਈਨ ਏ cos ਸੀ ਪਲੱਸ cos ਏ ਸਾਈਨ ਸੀ। ਹੁਣ ਸਾਈਨ ਏ 1/2, cos ਸੀ ਉਹ ਵੀ 1/2, ਆ ਸਾਈਨ ਏ ਹੈ, ਆ cos ਸੀ ਹੈ। ਹੁਣ cos ਏ √3/2, ਸਾਈਨ ਸੀ ਉਹ ਵੀ ਕੀ ਹੈ √3/2। 1/2 ਗੁਣਾ 1/2 1/4, √3 ਦੀ ਗੁਣਾ √3 ਨਾਲ ਕਰਾਂਗੇ, √ ਦੀ ਗੁਣਾ √ ਨਾਲ ਕਰਦੇ, √ ਖਤਮ ਹੋ ਗਿਆ 3, 2 ਦੀ ਗੁਣਾ 2 ਨਾਲ 4। ਹੁਣ ਇਹਦੇ ਨੀਚੇ ਵੀ 4 ਇਹਦੇ ਨੀਚੇ ਵੀ 4 ਹੈ, ਐਲਸੀਐਮ 4 ਆ ਗਿਆ। ਉੱਤੇ ਆ ਗਿਆ 1 + 3, 1 + 3 ਯਾਨੀ 4/4, ਕਿਉਂਕਿ ਜੋ ਐਲਸੀਐਮ ਡਿਨੋਮੀਨੇਟਰ ਸੇਮ ਨੇ ਤਾਂ ਸੇਮ ਐਲਸੀਐਮ ਉਹੀ ਐਲਸੀਐਮ ਰਹਿ ਜੂਗਾ। ਇਹਦੇ ਉੱਤੇ 1 ਪਿਆ ਕਿ +3 ਪਿਆ, 4/4, 4 ਨੂੰ 4 'ਚ ਡਿਵਾਈਡ ਕੀਤਾ 1, ਤਾਂ ਇਹਦੀ ਵੈਲਿਊ ਕੀ ਆ ਗਈ 1 ਆ ਗਈ। ਉਮੀਦ ਕਰਦਾ ਤੁਹਾਨੂੰ ਗੱਲ ਸਮਝ ਆਈ ਹੋਵੇਗੀ। ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਹੁਣ ਤੀਜਾ ਕੁਐਸਚਨ ਦੇਖੋ, 1 - tan² 45, 1 + tan² 45। tan 45 ਦਾ ਮੁੱਲ ਤੁਹਾਨੂੰ ਪਤਾ ਹੋਣਾ ਚਾਹੀਦਾ, ਟੇਬਲ ਤੋਂ ਹੀ ਬਣਾਇਆ ਹੋਇਆ ਅਤੇ ਬਹੁਤ ਸੌਖਾ ਹੈ। ਦੇਖੋ cos 45 1/√2, sin 45 1/√2, tan 45 1,
cot 45 1, secant 45 1/√2 ਦਾ ਉਲਟ √2, cosecant 45 √2। ਆਪਣੇ ਕੋਲ tan 45 ਤੇ cot 45 1 ਹੁੰਦਾ, ਯਾਦ ਕਰ ਲਓ। 1 ਮਾਈਨਸ tan 45 ਯਾਨੀ 1 ਦਾ ਸਕੇਅਰ, 1 ਪਲੱਸ 1 ਦਾ ਸਕੇਅਰ, 1 ਮਾਈਨਸ 1 ਸਕੇਅਰ, 1 ਪਲੱਸ 1 ਸਕੇਅਰ, ਕਿਉਂਕਿ tan 45 ਕੀ ਹੁੰਦਾ 1 ਹੁੰਦਾ। 1 ਦਾ ਸਕੇਅਰ 1, 1 ਦਾ ਸਕੇਅਰ 1, 1 ਮਾਈਨਸ 1 0, 1 ਪਲੱਸ 1 0 ਡਿਵਾਈਡ ਬਾਈ 2 0। ਜੇ ਉਲਟ ਹੁੰਦਾ ਫਿਰ ਕੀ ਹੁੰਦਾ, ਮੰਨ ਲਓ ਆਹ ਉੱਤੇ ਹੁੰਦਾ ਤੇ ਨੀਚੇ ਆਹ ਨੀਚੇ ਹੁੰਦਾ, ਫਿਰ ਕੀ ਆਉਂਦਾ, ਫਿਰ ਉੱਤੇ 2 ਆ ਜਾਣਾ, ਨੀਚੇ 0 ਆ ਜਾਣਾ ਸੀਗਾ। ਫਿਰ ਇਹਦਾ ਆਂਸਰ ਆ ਜਾਂਦਾ ਨੋਟ ਡਿਫਾਈਨਡ, ਕਿਉਂਕਿ ਡਿਨੋਮੀਨੇਟਰ 0 ਹੋ ਹੀ ਨਹੀਂ ਸਕਦਾ। ਜਦੋਂ ਡਿਨੋਮੀਨੇਟਰ 0 ਹੋ ਜੇ, ਹਰ 0 ਹੋ ਜੇ ਤਾਂ ਆਪਾਂ ਕਹਿੰਦੇ ਹਾਂ ਪਰਿਭਾਸ਼ਿਤ ਨਹੀਂ। ਅਗਲੀ ਕੁਐਸਚਨ, ਇਹ ਤੀਜਾ ਕੁਐਸਚਨ ਸੀ, ਇਹਦਾ ਆਂਸਰ ਆਪਸ਼ਨ 'ਚ ਸੀਗਾ, ਇਹਦੀ ਆਪਸ਼ਨ 0 ਵਾਲੀ ਆਪਸ਼ਨ ਠੀਕ ਆਊਗੀ। ਚੌਥਾ ਕੁਐਸਚਨ, ਇਫ tan a plus b is √3, tan a plus b is equal to √3 and tan a minus b is equal to 1/√3। ਤੇ a ਪਲੱਸ b ਇਹ 'ਚ ਇੱਕ ਗੱਲ ਹੋਰ ਕਹੀ ਹੈ ਕਿ a ਪਲੱਸ b 90 ਡਿਗਰੀ ਤੋਂ ਛੋਟੇ ਨੇ ਦੋਹਾਂ ਦਾ ਜੋੜ, ਯਾਨੀ a ਵੀ ਅਕਿਊਟ ਐਂਗਲ ਹੋਊਗਾ, b ਵੀ, ਕਿਉਂਕਿ ਦੋਨਾਂ ਜੋੜ ਹੀ ਜਦੋਂ 90 ਤੋਂ ਘੱਟ ਛੋਟਾ ਹੈ ਤਾਂ a ਵੀ a b ਤੋਂ ਵੱਡਾ ਵੀ ਹੈ, ਤਾਂ ਹੀ a 'ਚੋਂ b ਮਾਈਨਸ ਹੋਊਗਾ। ਜੇ b ਨਹੀਂ ਨੈਗੇਟਿਵ ਹੋ ਜਾਣਾ ਸੀ ਇਹ ਐਂਗਲ, a b ਤੋਂ ਵੱਡਾ ਹੈ ਤਾਂ ਹੀ ਵੱਡੇ 'ਚ ਛੋਟੀ ਰਕਮ ਆਪਣੀ ਮਾਈਨਸ ਹੁੰਦੀ ਹੈ, ਇਹ ਲਿਖਣਾ ਜ਼ਰੂਰੀ ਸੀਗਾ। ਫਾਈਂਡ a ਐਂਡ b, a ਤੇ b ਪਤਾ ਕਰੋ। ਹੁਣ ਆਪਾਂ ਕਰਨਾ ਕੀ ਹੈ, tan a ਪਲੱਸ b, ਹੁਣ ਆਪਾਂ ਇਹ ਦੇਖਣਾ ਹੈ ਕਿ ਕਿਹੜੇ ਐਂਗਲ 'ਤੇ tan √3 ਬਣਦਾ ਹੈ। tan √3 ਟੇਬਲ 'ਚ ਦੇਖੋਗੇ ਤਾਂ 60 ਡਿਗਰੀ 'ਤੇ ਬਣਦਾ ਹੈ। ਹੁਣ ਵੈਸੇ ਤਾਂ ਇਹਨੂੰ ਇਨਵਰਸ ਲੈਣਾ ਪੈਂਦਾ ਹੈ, ਇੱਧਰ ਵੀ ਆਪਾਂ ਇਨਵਰਸ tan ਇਨਵਰਸ ਚਲੋ ਤੁਹਾਨੂੰ ਦੇਸੀ ਢੰਗ ਦੱਸ ਦਿੰਦੇ ਹਾਂ ਵੀ ਦੋਹਾਂ ਦਾ tan ਜਦੋਂ ਸੇਮ ਹੈ ਤਾਂ ਐਂਗਲ ਵੀ ਕੀ ਹੋਣਗੇ, ਸੇਮ ਹੋਣਗੇ। a ਪਲੱਸ b ਕੀ ਆ ਜੂ 60 ਡਿਗਰੀ ਆ ਜੂ। ਹੁਣ ਇੱਧਰ ਆ ਜਾਓ, tan a ਮਾਈਨਸ b, 1/√3 tan ਕਿੱਥੇ ਜਾ ਕੇ ਬਣਦਾ ਹੈ, ਟੇਬਲ 'ਚ ਦੇਖੋਗੇ 1/√3 tan 30 ਡਿਗਰੀ 'ਤੇ ਬਣਦਾ, 30 ਡਿਗਰੀ 'ਤੇ ਬਣਦਾ। ਇਟ ਮੀਨਸ a ਮਾਈਨਸ b ਇਜ਼ ਇਕੁਅਲ ਟੂ tan ਨਾਲ tan ਇੱਕ ਤਰੀਕੇ ਨਾਲ ਕੈਂਸਲ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ, ਵੀ ਐਂਗਲ ਸੇਮ ਹੋਊਗਾ, ਕਿਉਂਕਿ ਜੋ ਆਹ ਚੀਜ਼ ਸੇਮ ਆ ਰਹੀ ਹੈ। ਤਾਂ a ਪਲੱਸ b ਇਜ਼ ਇਕੁਅਲ ਟੂ 60 ਡਿਗਰੀ, a ਮਾਈਨਸ b ਇਜ਼ ਇਕੁਅਲ ਟੂ 30 ਡਿਗਰੀ। ਹੁਣ ਆਪਾਂ ਇਕੁਏਸ਼ਨ ਸੋਲਵ ਕਰਨੀਆਂ ਜਾਣਦੇ ਹਾਂ, ਇਹਨੂੰ ਆਪਸ 'ਚ ਐਡ ਕਰ ਦਾਂਗੇ, a ਤੇ a ਐਡ ਹੋ ਕੇ 2a ਹੋ ਜਾਣਗੇ, b ਪਲੱਸ ਦਾ ਤੇ b ਮਾਈਨਸ ਦਾ, b 'ਚੋਂ b ਮਾਈਨਸ ਖਤਮ ਹੋ ਕੇ 0 ਹੋ ਜਾਊਗਾ, 60 ਪਲੱਸ 30 ਕੀ ਹੋ ਜੂ 90 ਹੋ ਜਾਊਗਾ। 2 ਉੱਧਰ ਜਾ ਕੇ ਡਿਵਾਈਡ ਹੋ ਗਿਆ, 90 ਡਿਗਰੀ ਬਾਏ 2 ਯਾਨੀ a ਕੀ ਆ ਗਿਆ 45 ਡਿਗਰੀ ਆ ਗਿਆ। a ਨੂੰ 45 ਡਿਗਰੀ ਇੱਥੇ ਪੁੱਟ ਕਰ ਦਿਓ, ਪਲੱਸ b ਇਜ਼ ਇਕੁਅਲ ਟੂ 60 ਡਿਗਰੀ, ਇੱਥੇ a ਦੀ ਵੈਲੂ ਪੁੱਟ ਕਰਤੀ ਆਪਾਂ, ਇਹ 45 ਡਿਗਰੀ ਦੂਜੇ ਪਾਸੇ ਆ ਕੇ ਮਾਈਨਸ ਹੋ ਗਿਆ। ਇਟ ਮੀਨਸ b ਇਜ਼ ਇਕੁਅਲ ਟੂ 15 ਡਿਗਰੀ। ਇਹ ਆਪਣਾ ਅਗਲਾ ਕੁਐਸਚਨ ਸੀਗਾ। ਅਗਲੇ ਟਰੂ ਫਾਲਸ ਦੇ ਆ, ਟਰੂ ਫਾਲਸ ਦੇ ਆਪਾਂ ਸੀਟ 'ਤੇ ਸੋਲਵ ਕਰਦੇ ਹਾਂ। ਸਾਈਨ a ਪਲੱਸ b ਕੀ ਹੁੰਦਾ, ਕੀ ਸਾਈਨ ਇਹਨਾਂ ਦੋਨਾਂ 'ਤੇ ਡਿਸਟਰੀਬਿਊਟ ਹੋ ਜੂਗੀ, ਸਾਈਨ a ਪਲੱਸ ਸਾਈਨ b। ਮੰਨ ਲਓ ਇੱਕ ਕੋਣ ਆਪਣੇ ਕੋਲੋਂ ਸਾਈਨ 60 ਪਲੱਸ 30, ਤਾਂ ਆਪਾਂ ਇਹਨੂੰ ਐਂ ਲਿਖ ਸਕਦੇ ਹਾਂ ਸਾਈਨ 60 ਪਲੱਸ ਸਾਈਨ 30, ਐਂ ਲਿਖ ਸਕਦੇ, ਨਹੀਂ ਲਿਖ ਸਕਦੇ। ਇਹ ਡਿਸਟਰੀਬਿਊਟ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ, ਆਪਾਂ ਵੱਡੀਆਂ ਕਲਾਸਾਂ ਪੜ੍ਹਾਂਗੇ। ਵੈਸੇ ਸਾਈਨ a ਪਲੱਸ b ਵੱਡੀ ਕਲਾਸ 'ਚ ਪੜ੍ਹਾਂਗੇ, ਇਹ ਹੁੰਦਾ ਸਾਈਨ a ਕਾਸ b ਪਲੱਸ ਕਾਸ a ਸਾਈਨ b। ਇਹ ਇੱਦਾਂ ਨਹੀਂ ਹੁੰਦਾ, ਐਂ ਨਹੀਂ ਆਪਾਂ ਖੋਲ ਕੇ ਲਿਖ ਸਕਦੇ। ਇੱਕ ਗੱਲ ਯਾਦ ਕਰ ਲਓ, ਇਟ ਮੀਨਸ ਇਹ ਫਾਲਸ ਹੈ। ਸਾਈਨ ਥੀਟਾ ਕਾਸ ਥੀਟਾ ਦੇ ਬਰਾਬਰ ਹੁੰਦਾ, ਕਹਿੰਦਾ ਫॉर ਆਲ ਵੈਲਿਊਜ਼ ਆਫ ਥੀਟਾ, ਸਾਈਨ ਥੀਟਾ ਤੇ ਕਾਸ ਥੀਟਾ ਬਰਾਬਰ ਹੋਣਗੇ, ਥੀਟਾ ਦੀ ਜਿਹੜੀ ਮਰਜ਼ੀ ਵੈਲੂ ਹੋਵੇ ਨਾ। ਪਤਾ ਆਪ ਨਾਲ ਦੇਖ ਲਓ, ਸਾਈਨ 0 ਦਾ 0 ਹੁੰਦਾ ਤੇ ਕਾਸ 0 ਕਿੰਨਾ 1 ਹੁੰਦਾ, ਇਹ ਬਰਾਬਰ ਹੈਗੇ ਨਹੀਂ ਹੈਗੇ, ਇੱਕੋ ਹੀ ਥਾਂ 'ਤੇ ਬਰਾਬਰ ਹੁੰਦੇ ਆ। ਕਿੱਥੇ ਆ ਕੇ 45 ਡਿਗਰੀ 'ਤੇ, ਉਦੋਂ ਸਾਈਨ ਵੀ 1/√2 ਕਾਸ ਵੀ 1/√2, ਮਤਲਬ 0 ਤੋਂ ਲੈ ਕੇ 90 ਤੱਕ ਇੱਕ ਥਾਂ 'ਤੇ ਜਾ ਕੇ ਕੀ ਹੁੰਦੇ ਆ, ਬਰਾਬਰ ਹੁੰਦੇ ਆ। ਇਹ ਨਹੀਂ ਸਾਰੇ ਥੀਟੇ ਲਈ ਬਰਾਬਰ ਥੋੜ੍ਹੀ ਹੁੰਦੇ ਆ, ਵੈਸੇ ਤਾਂ ਆਪਾਂ ਇਕੱਲੇ 0 ਤੋਂ 90 ਦੀ ਗੱਲ ਕੀਤੀ ਹੈ। ਐਂਗਲ ਤਾਂ 360 ਤੱਕ ਬਣੂਗਾ, ਉਦੋਂ ਵੱਡੇ ਵੀ ਬਣਨਗੇ,
पर अपनी ਜਿਹੜੀ 10th ਦਾ ਸਿਲੇਬਸ ਆ 0 ਤੋਂ 90 ਤੱਕ ਆਪਾਂ ਡਿਸਕਸ ਕਰਦੇ ਆ। 0 ਤੋਂ ਲੈ ਕੇ 90 ਤੱਕ ਸਾਈਨ ਥੀਟਾ ਕਾਸ ਥੀਟਾ ਸਾਰੇ ਕਿਤੇ ਬਰਾਬਰ ਨਹੀਂ ਹੁੰਦੇ, ਸਿਰਫ ਇੱਕ ਥਾਂ ਤੇ ਬਰਾਬਰ ਹੁੰਦੇ ਨੇ। ਇਹ ਕਹਿੰਦੇ ਸਾਰੇ ਕਿਤੇ ਬਰਾਬਰ ਹੁੰਦੇ ਨੇ, ਇਟ ਮੀਨਸ ਇਹ ਵੀ ਕੀ ਹੈ, ਫਾਲਸ ਹੈ। cot A is not defined for A is equal to 0। ਦੇਖੋ tan 0 ਕੀ ਹੁੰਦਾ ਹੈ, ਪਹਿਲਾਂ ਤਾਂ tan 0 ਡਿਗਰੀ 0 ਹੀ ਹੁੰਦਾ ਕਿਉਂਕਿ sin 0 0 ਹੁੰਦਾ, cos 0 1 ਹੁੰਦਾ, 0/1 0। cot 0 0 ਦਾ ਉਲਟ 1/0। ਜੇ ਡਿਨੋਮੀਨੇਟਰ 0 ਨਹੀਂ ਹੋਊਗਾ ਇਹਦਾ ਮਤਲਬ ਨੋਟ ਡਿਫਾਈਨਡ ਹੈ। ਡਿਨੋਮੀਨੇਟਰ 0 ਨਹੀਂ ਹੋ ਸਕਦਾ, ਇਸ ਦਾ ਮਤਲਬ ਇਹ ਕੀ ਹੈ, ਨਾਟ ਡਿਫਾਈਨਡ ਹੈ। ਤਾਂ ਇਹੀ ਇਹ ਕਹਿੰਦਾ ਹੈ ਕਿ cot A ਨਾਟ ਡਿਫਾਈਨਡ ਹੈ। ਜਦੋਂ A 0 ਹੋਊਗਾ ਬਿਲਕੁਲ ਨਾਟ ਡਿਫਾਈਨਡ ਹੈ, ਤਾਂ ਇਹ ਕੀ ਹੈ, ਟਰੂ ਹੈ। ਨੈਕਸਟ ਕੁਐਸਚਨ ਆਪਾਂ ਲੈ ਕੇ ਚੱਲਦੇ ਹਾਂ, ਇਵੈਲੂਏਟ tan 26 डिग्री अपॉन cot 64 डिग्री, ये इवैल्यूएट करना है। ਹੁਣ ਆਪਾਂ ਦਿਮਾਗ ਲਾਉਣਾ ਜਦੋਂ ਇਹੋ ਜਿਹੇ ਐਂਗਲ ਬਣ, ਇਹ ਤੁਸੀਂ ਦੇਖੋ ਇੱਕ ਦੂਜੇ ਦੇ ਕੰਪਲੀਮੈਂਟਰੀ ਨੇ। 26 64 ਜੋੜ ਦਿਓ 90 ਬਣ ਜਾਂਦਾ, ਜੋੜ ਕੇ ਦੇਖੋ। ਉਹੀ ਆਪਾਂ ਢਾਂਗੇ 'ਤੇ ਲਾ ਦਾਂਗੇ। ਆਪਾਂ tan 26 ਨੂੰ ਇਹ ਲਿਖ ਸਕਦੇ ਹਾਂ, tan 90 डिग्री - 64 डिग्री। 90 'ਚ 64 ਘਟਾ ਦਾਂਗੇ ਤਾਂ 26 ਰਹਿ ਜਾਣਗੇ ਨਾ। अपॉन cot 64 डिग्री ਹੇਠਲੇ ਨੂੰ ਛੇੜਦੇ ਆਪਾਂ। tan 90 डिग्री - ਥੀਟਾ ਕੀ ਹੁੰਦਾ, ਪੜਿਆ ਹੋਇਆ cot ਥੀਟਾ ਹੁੰਦਾ, ਤਾਂ ਇਹ ਬਣ ਗਿਆ cot 64 डिग्री। ਨੀਚੇ ਵੀ ਕੀ ਹੈ, cot 64 डिग्री। cot 64 ਨਾਲ cot 64 ਨੂੰ ਡਿਵਾਈਡ ਕਰਾਂਗੇ, ਆਨਸਰ ਕੀ ਆ ਜਾਊਗਾ 1। ਅਗਲਾ ਕੁਐਸਚਨ ਕਰਦੇ ਹਾਂ। ਹੁਣ ਆਪਾਂ ਕੁਐਸਚਨ ਸੋਲਵ ਕਰਨਾ ਹੈ। ਸਾਈਨ ਸਕੁਅਰ 63 डिग्री ਸਾਈਨ ਸਕੁਅਰ 27 डिग्री। ਹੁਣ ਬੜਾ ਧਿਆਨ ਨਾਲ ਫਿਰ ਉਹੀ ਕੁਐਸਚਨ ਫੇਰ ਆ ਗਿਆ। 63 ਤੇ 27 ਨੂੰ ਜੋੜ ਕੇ ਦੇਖੋ 90 ਬਣਨਗੇ। 17 ਤੇ 73 ਨੂੰ ਜੋੜੋਗੇ 90 ਬਣਨਗੇ। ਤਾਂ ਆਪਾਂ ਉਹੀ 90 डिग्री ਵਾਲਾ ਦਿਮਾਗ ਲਾਉਣਾ ਕਿ 90 ਜਦੋਂ ਐਂਗਲ ਕੰਪਲੀਮੈਂਟਰੀ ਪਏ ਹੋਣ ਨਾ ਇੱਕ ਦੂਜੇ ਦੇ, ਕੰਪਲੀਮੈਂਟਰੀ ਉਹ ਐਂਗਲ ਜਿਹਦੇ ਨਾਲ ਜੋੜ 90 ਬਣਦਾ ਹੋਵੇ, ਤਾਂ ਆਪਣੇ ਕੋਲ 90 डिग्री - ਥੀਟਾ ਵਾਲੀ ਇੱਕ ਆਇਡੈਂਟੀਟੀ ਹੁੰਦੀ ਹੈ। ਤਾਂ ਆਹ ਜਿਹੜਾ ਸਾਈਨ ਸਕੁਅਰ, ਇਹਨੂੰ ਆਪਾਂ ਐਂ ਲਿਖ ਸਕਦੇ ਸਾਈਨ ਸਕੁਅਰ 90 डिग्री - 63 डिग्री। 90 ਚੋਂ 63 ਘਟਾਵਾਂਗੇ 27 ਰਹਿ ਜੂਗਾ ਨਾ। ਇਸ 27 ਦੇ ਆਪਾਂ ਹਿੱਸੇ ਕਰ ਲਏ 90 - 63। ਹੁਣ cos ਸਕੁਅਰ 17 डिग्री ਹੈ। ਇਹਨੂੰ ਕਿਵੇਂ ਲਿਖ ਸਕਦੇ ਆਪਾਂ, cos ਸਕੁਅਰ 19 - 17 ਲਿਖ ਸਕਦੇ ਹਾਂ ਕਿਉਂਕਿ 90 ਚੋਂ 17 ਕੱਢਾਂਗੇ 73 ਬਚ ਜਾਣਗੇ। ਇਹਦੇ ਵੀ ਦੋ ਹਿੱਸੇ ਕਰ ਲਏ। ਸਾਈਨ ਸਕੁਅਰ 63 डिग्री 90 - 63 नहीं करना आप। साइन 90 डिग्री - थीटा की होंगे कॉस थीटा। कॉस 63 डिग्री का की हो गया, स्केयर तो रहूगा साइन 90 - थीटा कॉस थीटा दा स्केयर। नीचे कॉस स्केयर 17 डिग्री कॉस 90 - थीटा यानी साइन थीटा दा स्केयर। आ थीटा है साइन स्केयर थीटा प्लस कॉस स्केयर थीटा, ये होंगे 1। कॉस स्केयर थीटा प्लस साइन स्केयर थीटा, ये भी होंगे 1। तो 1 की आ गया, आंसर आ गया। ਹੁਣ बेटा ये क्वेश्चन आप प्रूव करना है। ਤੁਸੀਂ ਪਹਿਲਾਂ ਵੀ ਤੁਹਾਨੂੰ ਦੱਸਿਆ ਵੀ ਆਪਾਂ ਇੱਕ ਪਾਸੇ ਲੈਫਟ हैंड ਸਾਈਡ ਲੈ ਕੇ ਚੱਲ ਪਾਂਗੇ, ਜਾਂ ਤਾਂ ਉਹਨੂੰ ਰਾਈਟ हैंड ਸਾਈਡ ਦੇ ਇਕੁਅਲ ਪ੍ਰੂਵ ਕਰ ਦਾਂਗੇ, ਜਾਂ ਰਾਈਟ हैंड ਸਾਈਡ ਲੈ ਕੇ ਚੱਲ ਪਾਂਗੇ ਉਹਨੂੰ ਲੈਫਟ हैंड ਸਾਈਡ ਦੇ ਇਕੁਅਲ ਪ੍ਰੂਵ ਕਰ ਦਾਂਗੇ। ਖੱਬਾ ਪਾਸਾ ਲੈ ਕੇ ਚੱਲਾਂਗੇ ਉਹਨੂੰ ਸੱਜੇ ਪਾਸੇ ਦੇ ਬਰਾਬਰ ਪ੍ਰੂਵ ਕਰ ਦਾਂਗੇ, ਸੱਜਾ ਪਾਸਾ ਲੈ ਕੇ ਚੱਲਾਂਗੇ ਉਹਨੂੰ ਖੱਬੇ ਪਾਸੇ ਦੇ ਬਰਾਬਰ ਪ੍ਰੂਵ ਕਰ ਦਾਂਗੇ। ਇਹੀ ਇੱਕ ਢੰਗ ਹੈ। ਹੁਣ ਹੋਰ ਢੰਗ ਕੀ ਹੈ, ਆਪਾਂ ਨੂੰ ਕੁਝ ਆਇਡੈਂਟੀਟੀਜ਼ ਦਿਮਾਗ 'ਚ ਰੱਖਣੀਆਂ ਪੈਣੀਆਂ ਪ੍ਰੂਵ ਕਰਨ 'ਚ। ਇੱਕ ਤਾਂ 90 डिग्री ਵਾਲੀ ਆਇਡੈਂਟੀਟੀ ਦਿਮਾਗ 'ਚ ਰੱਖੋ, ਇੱਕ ਦਿਮਾਗ 'ਚ ਰੱਖੋ ਕਿ ਟੈਨ ਕੀ ਹੁੰਦਾ, ਸਾਈਨ ਬਟਾ ਕੌਸ ਹੁੰਦਾ ਹੈ। ਸੀਕੰਟ ਕੀ ਹੁੰਦਾ, 1 ਬਟਾ ਕੌਸ ਹੁੰਦਾ ਹੈ। ਕੋਸੀਕੰਟ ਕੀ ਹੁੰਦਾ, 1 ਬਟਾ ਸਾਈਨ ਹੁੰਦਾ ਹੈ। ਸੀਕੰਟ ਕੌਸ ਦਾ ਉਲਟ, ਸੀਕੰਟ ਸਾਈਨ ਦਾ ਉਲਟ, ਕੌਟ ਟੈਨ ਦਾ ਉਲਟ। ਟੈਨ ਕੀ ਹੁੰਦਾ, ਸਾਈਨ ਬਟਾ ਕੌਸ ਹੈ। ਕੌਟ ਫਿਰ ਕੀ ਹੋ ਗਿਆ, ਕੌਸ ਏ ਬਟਾ ਸਾਈਨ ਹੈ। ਇਹ ਵੀ ਯਾਦ ਰੱਖ ਲਓ। ਹੋਰ ਕਿਹੜੀਆਂ ਆਇਡੈਂਟੀਟੀਆਂ ਨੇ, ਸਾਈਨ ਸਕੁਅਰ ਥੀਟਾ ਪਲੱਸ ਕੌਸ ਸਕੁਅਰ ਥੀਟਾ 1 ਹੁੰਦਾ। ਇਹ ਤੋਂ ਦੋ ਆਇਡੈਂਟੀਟੀਆਂ ਹੋਰ ਬਣ ਜਾਣਗੀਆਂ। ਕੌਸ ਸਕੁਅਰ ਕੋਸੀਕੰਟ ਸਕੁਅਰ ਥੀਟਾ ਸੀਕੰਟ ਸਕੁਅਰ ਥੀਟਾ ਮਾਈਨਸ ਟੈਨ ਸਕੁਅਰ ਥੀਟਾ 1 ਹੁੰਦਾ। ਕੋਸੀਕੰਟ ਸਕੁਅਰ ਥੀਟਾ ਮਾਈਨਸ ਕੌਟ ਸਕੁਅਰ ਥੀਟਾ 1 ਹੁੰਦਾ। ਇਹ ਤੋਂ ਇਲਾਵਾ ਤੁਸੀਂ ਕੀ ਯਾਦ ਰੱਖ ਸਕਦੇ ਹੋ ਕਿ ਕਿਤੇ ਨਾ ਕਿਤੇ ਰੈਸ਼ਨਲਾਈਜੇਸ਼ਨ ਦੀ ਵੀ ਲੋੜ ਪੈ ਸਕਦੀ ਹੈ ਇਹ ਫਾਰਮੂਲੇ ਬਣਾਉਣ ਲਈ। ਇਹਦੇ ਨਾਲ ਹੀ ਪ੍ਰੂਵ ਹੋਣਗੇ। ਹੋ ਸਕਦਾ ਪਹਿਲੀ ਵਾਰ ਪ੍ਰੂਵ ਨਾ ਹੋਵੇ ਤਾਂ ਦੁਬਾਰਾ ਫਿਰ ਟਰਾਈ ਕਰੋ ਹੋਰ ਨਵੇਂ ਤਰੀਕੇ।
ਪ੍ਰੂਵ ਕਰਨ ਦਾ ਕੋਈ ਹਾਰਡ ਐਂਡ ਫਾਸਟ ਰੂਲ ਨਹੀਂ ਹੁੰਦਾ। ਤੁਹਾਡਾ ਦਿਮਾਗ ਚੱਲਣਾ ਚਾਹੀਦਾ ਵੀ ਅਸੀਂ ਕਿੱਥੋਂ ਚੱਲੇ ਹਾਂ ਅਤੇ ਕਿੱਥੇ ਪਹੁੰਚਣਾ, ਇਹ ਗੱਲ ਦਿਮਾਗ 'ਚ ਹੋਣੀ ਚਾਹੀਦੀ ਹੈ। ਹੁਣ ਆਪਾਂ ਚੱਲਣਾ ਕਿੱਥੋਂ ਹੈ? ਚੱਲਣਾ ਆਪਾਂ ਇੱਥੋਂ ਹੈ ਲੈਫਟ ਹੈਂਡ ਸਾਈਡ ਤੋਂ। ਆਪਾਂ ਲੈਫਟ ਹੈਂਡ ਸਾਈਡ ਯਾਨੀ ਖੱਬਾ ਪਾਸਾ ਲੈ ਲਿਆ। ਕੀ ਲੈ ਲਿਆ? 1 + ਸੀਕੰਟ ਏ ਪਲੱਸ ਸੀਕੰਟ ਏ। ਜਿਹੜੀ ਚੀਜ਼ ਪ੍ਰੂਵ ਕਰਨੀ ਉਹ ਸਾਈਨ ਦੀ ਕੌਸ ਦੀ ਸ਼ੇਪ 'ਚ ਹੈ, ਤਾਂ ਸੀਕੰਟ ਨੂੰ ਵੀ ਆਪਾਂ ਕੀ ਬਣਾ ਸਕਦੇ ਹਾਂ, ਸਾਈਨ ਜਾਂ ਕੌਸ ਕਿਵੇਂ ਬਣਾ ਸਕਦੇ ਹਾਂ? ਸੀਕੰਟ ਨੂੰ ਆਪਾਂ 1/cos A ਲਿਖ ਸਕਦੇ ਹਾਂ। ਥੱਲੇ ਸੀਕੰਟ ਪਿਆ, ਇਹਨੂੰ ਵੀ ਲਿਖ ਸਕਦੇ ਹਾਂ ਆਪਾਂ 1/cos A। ਉੱਪਰ cos A ਕੀ ਆ ਗਿਆ? LCM ਆ ਗਿਆ, ਕਿਉਂਕਿ ਇਹਦੇ ਨੀਚੇ 1 ਸਮਝ ਕੇ ਰੱਖੋ ਨਾ। cos A LCM ਆ ਗਿਆ, 1 × cos A cos A। ਇਹਦੇ ਥੱਲੇ cos A ਪਹਿਲਾਂ ਹੀ ਪਿਆ, ਇੱਥੇ ਕੀ ਰਹਿ ਗਿਆ? 1 / 1 + 1 / cos A। ਕੀ ਬਣ ਗਿਆ? cos A + 1 cos A + 1 / cos A। ਆਹ cos A ਉੱਤੇ ਆ ਕੇ ਕੀ ਹੋ ਗਿਆ? ਆਹ ਆਇਡੈਂਟੀਟੀ ਉਲਟ ਜੂਗੀ। ਇਹ ਛੋਟੀਆਂ ਕਲਾਸਾਂ ਤੁਸੀਂ ਪੜ੍ਹਿਆ ਹੋਇਆ, ਨੀਚੇ ਕੀ ਆ ਜੂ? 1 ਆ ਜੂਗਾ। ਆਹ ਕੱਟਿਆ ਗਿਆ। ਆਪਣੇ ਕੋਲ ਕੀ ਰਿਹਾ? cos A + 1, ਇਹਨੂੰ 1 + cos A ਲਿਖ ਲਓ / 1 ਆ ਰਹਿ ਗਿਆ। ਹਾਲੇ ਆਪਣਾ ਪ੍ਰੂਵ ਹੋਇਆ ਨਹੀਂ। ਆਪਾਂ ਜਿਹੜਾ ਪ੍ਰੂਵ ਕਰਦੇ ਨੀਚੇ ਆਪਾਂ ਨੂੰ 1 - cos A ਚਾਹੀਦਾ, ਤਾਂ ਹੁਣ ਨੀਚੇ 1 - cos A ਲਿਆਉਣ ਲਈ ਆਪਾਂ ਥੱਲੇ 1 - cos A ਨਾਲ ਮਲਟੀਪਲਾਈ ਕਰਤਾ। ਜਿਹਦੇ ਨਾਲ ਨੀਚੇ ਕੀਤਾ ਉਸੇ ਨਾਲ ਹੀ ਆਪਾਂ ਕੀ ਕਰਤਾ? ਉੱਤੇ ਕਰਤਾ। ਹੁਣ ਨੀਚੇ 1 ਦੀ 1 - cos A ਨਾਲ ਮਲਟੀਪਲਾਈ ਹੋਈ ਤਾਂ ਕੀ ਆ ਗਿਆ? 1 - cos A। ਇਹ ਕੀ ਹੈ? 1 + cos A 1 - cos A A + B A - B A + B ਦੀ ਗੁਣਾ ਜਦੋਂ A - B ਨਾਲ ਹੁੰਦੀ ਹੈ ਉਹ ਹੁੰਦੀ ਹੈ A² A + B A - B। ਇੱਕ ਚੀਜ਼ ਜੁੜ ਗਈ, ਉਹੀ ਚੀਜ਼ ਉਸ 'ਚੋਂ ਘਟ ਗਈ, ਦੋਨਾਂ ਦੀ ਗੁਣਾ ਹੋ ਗਈ। ਇਹ ਹੋ ਗਿਆ A² ਤਾਂ 1 + cos A 1 - cos A। ਰੈਸ਼ਨਲਾਈਜੇਸ਼ਨ ਹੋ ਗਈ ਇੱਕ ਤਰੀਕੇ ਦੀ। 1 ਦਾ ਸਕੁਅਰ 1 ਹੋ ਗਿਆ ਮਾਈਨਸ cos ਦਾ ਸਕੁਅਰ cos² ਹੋ ਗਿਆ। ਰੈਸ਼ਨਲਾਈਜੇਸ਼ਨ ਨਹੀਂ, ਰੈਸ਼ਨਲਾਈਜੇਸ਼ਨ ਡਿਨੋਮੀਨੇਟਰ ਦੀ ਹੁੰਦੀ ਹੈ। ਬੇਸਿਕਲੀ ਇਹ A + B ਤੇ A - B ਦਾ ਕੀ ਬਣ ਗਿਆ? ਫਾਰਮੂਲਾ ਬਣ ਗਿਆ। ਆਪਾਂ ਇੱਦਾਂ ਕੀਤਾ ਕਿਉਂ? ਕਿਉਂਕਿ ਆਪਣੇ ਕੋਲ ਨੀਚੇ 1 - cos A ਚਾਹੀਦਾ ਸੀ, ਉਹ ਆਪਣੇ ਕੋਲ ਹੈ ਨਹੀਂ ਸੀ। ਆਪਾਂ ਆਪਦੇ ਪੱਲੋਂ ਲਾ ਲਿਆ। ਜਿਹਦੇ ਨਾਲ ਡਿਵਾਈਡ ਕੀਤਾ ਉਹਦੇ ਨਾਲ ਕੀ ਕਰ ਲਿਆ? ਆਪਾਂ ਮਲਟੀਪਲਾਈ ਕਰ ਲਿਆ। ਹੁਣ 1 ਦਾ ਸਕੁਅਰ 1 cos² A 1 - cos A। ਹੁਣ ਆਪਾਂ ਪੜ੍ਹਿਆ ਸੀ ਕਿ sin² θ + cos² θ ਇਹ ਕੀ ਹੁੰਦਾ? 1 ਹੁੰਦਾ। ਜੇ cos² A ਉੱਧਰ ਆ ਕੇ ਮਾਈਨਸ ਦਾ ਹੋ ਜੇ 1 - cos² ਕੀ ਹੋ ਜਾਊਗਾ? sin² ਹੋ ਜਾਊਗਾ। ਇਟ ਮੀਨਸ 1 - cos² ਕੀ ਹੋ ਗਿਆ? sin² ਹੋ ਗਿਆ / 1 ਮਾਈਨਸ cos A। ਇਹੀ ਕਿ ਆਪਾਂ ਪ੍ਰੂਵ ਕਰਨਾ ਹੈ। ਤਾਂ ਰਾਈਟ ਹੈਂਡ ਸਾਈਡ ਵੀ ਇਹੀ ਹੈ ਨਾ ਆਪਣੀ। ਦੁਬਾਰਾ ਦੇਖੋ, ਸੀਕੈਂਟ 1 + ਸੀਕੈਂਟ A ਨੂੰ ਵੀ ਲਿਖ ਲਿਆ ਮੈਂ 1/cos A ਲਿਖ ਲਿਆ। A ਸੀਕੈਂਟ A ਨੂੰ ਲਿਖ ਲਿਆ 1/cos A ਲਿਖ ਲਿਆ। ਇਹ 1 ਹੈ, ਇਹਨੂੰ 1 / 1 ਮੈਂ ਕੰਸੀਡਰ ਕਰ ਲਿਆ, ਇਹਨੂੰ ਕੰਸੀਡਰ ਕਰ ਲਿਆ 1 / 1 + 1 cos A LCM ਆ ਗਿਆ। cos A + 1 / cos A ਇਹ ਉੱਤੇ ਆ ਕੇ ਉਲਟ ਕੇ ਕੱਟਿਆ ਜਾਊਗਾ, ਇਕੱਲਾ ਰਹਿ ਜੂ 1 + cos A। ਉੱਪਰ ਨੀਚੇ 1 - cos A ਨਾਲ ਕੀ ਕੀਤਾ? ਮਲਟੀਪਲਾਈ ਕਰਤਾ। ਨਿਊਮਰੇਟਰ ਨੂੰ ਵੀ 1 - cos A ਨਾਲ ਮਲਟੀਪਲਾਈ ਕਰਤਾ, ਡਿਨੋਮੀਨੇਟਰ ਨੂੰ ਵੀ 1 - cos A ਨਾਲ ਕੀ ਕਰਤਾ? ਮਲਟੀਪਲਾਈ ਕਰਤਾ। 1 + cos A ਗੁਣਾ 1 - cos A A + B A - B A² - B² ਦਾ ਫਾਰਮੂਲਾ ਲੱਗਿਆ। ਇਸ ਤੋਂ ਬਾਅਦ ਤੁਹਾਨੂੰ ਸਾਰਾ ਕੁਐਸਚਨ ਸਮਝਾਇਆ। ਆਪਾਂ ਕਿੱਥੇ ਪਹੁੰਚ ਗਏ? ਰਾਈਟ ਹੈਂਡ ਸਾਈਡ ਦੇ। ਘਬਰਾਉਣਾ ਨਹੀਂ, ਆਪਾਂ ਜਲਦੀ 8.4 ਦੀ ਇੱਕ ਐਕਸਕਲੂਸਿਵ ਵੀਡੀਓ ਲੈ ਕੇ ਆਵਾਂਗੇ ਜਿਹਦੇ ਵਿੱਚ ਬਹੁਤ ਸਾਰੇ ਕੁਐਸਚਨ 8.4 ਦੇ ਸੋਲਵ ਕਰਾਂਗੇ। ਇਹ ਟੈਸਟ ਤੁਹਾਡੀ ਟ੍ਰਿਗਨੋਮੈਟਰੀ ਦੀ ਪੂਰੀ ਰਿਵੀਜ਼ਨ ਕਰਾ ਦੇਵੇਗਾ। ਧੰਨਵਾਦ।